Hello student, good morning. Today we are doing the fourth chapter of BA Second and BC Second. Chapter name is that was creating a poverty free world, written by Muhammad Yunus ਦੇ ਦੁਆਰਾ ਇਸ ਨੂੰ ਰਾਈਟ ਕੀਤਾ ਗਿਆ ਹੈ and Muhammad Yunus is a renowned economics banker, social entrepreneurs from Bangladesh. He established the Grameen Bank in 1938 and he contribution to free world, poverty free world. So now we are discussing he got Nobel Prize in 2006 by due to the Grameen Bank were jointly awarded and less the poverty. So today we are discussion about the summary. The author said that he lost faith in the theories of economics when there was a famine in Bangladesh. author ਦਾ ਵਿਸ਼ਵਾਸ ਲੋਸਟ ਹੋ ਜਾਂਦਾ ਹੈ ਕਦੋਂ ਜਦੋਂ ਉਹ ਅਰਥ ਸ਼ਾਸਤਰ ਦੀਆਂ ਜਿਹੜੀਆਂ ਥਿਊਰੀਆਂ ਨੇ ਨੂੰ ਰੀਡ ਕਰਦਾ ਹੈ ਵੈਨ ਦੇਅਰ ਵਾਜ਼ ਅ ਫਮਾਈਨ ਕਦੋਂ ਜਦੋਂ ਬੰਗਲਾਦੇਸ਼ ਦੇ ਵਿੱਚ ਕਾਲ ਪੈ ਗਿਆ ਸੀ famine means is a call when everything is lost. He felt that there was a big gap between reality of the poor and hungry people and the economic theories. ਲੇਖ ਨੇ ਕੀ ਫੈਲਟ ਕੀਤਾ ਕਿ ਬਹੁਤ ਵੱਡਾ ਪਾੜਾ ਹੈ ਕਿਹਦੀ ਅਸਲੀਅਤ ਦੇ ਵਿੱਚ ਜੋ ਗਰੀਬਾਂ ਦੀ ਰਿਐਲਿਟੀ ਹੈ ਹੰਗਰੀ ਪੀਪਲ ਨੇ ਐਂਡ ਇਕਨੋਮਿਕ ਥਿਊਰੀਜ਼ ਨੇ ਇਟ ਮੀਨਸ ਬਹੁਤ ਗੈਪ ਆਪਸ ਦੇ ਵਿੱਚ ਹੀ ਵਿਜ਼ਿਟਡ ਦੀ ਪੂਅਰ ਪੀਪਲ ਇਨ ਦੀ ਬਲੇਸ ਜੋਬਰਾ ਇੱਕ ਵਾਰ ਜੋਬਰਾ ਨਾਂ ਦੇ ਪਿੰਡ ਵਿੱਚ ਲੇਕ ਵਿਜ਼ਿਟ ਕਰਦਾ ਹੈ ਹੀ ਵਾਜ਼ ਸ਼ੌਕਡ ਟੂ ਸੀ ਹਾਊ ਪੀਪਲ ਇਨ ਦੈਟ ਪਲੇਸ ਸਫਰਡ ਲੇਕ ਨੂੰ ਬਹੁਤ ਜ਼ਿਆਦਾ ਸਦਮਾ ਪਹੁੰਚਦਾ ਹੈ ਜਦੋਂ ਉਹ ਦੇਖਦੇ ਕਿ ਪਿੰਡ ਦੇ ਲੋਕ ਸਫਰ ਕਰ ਰਹੇ ਨੇ ਬਿਕੋਜ਼ ਦੇ ਕੁਡ ਨਾਟ ਮੈਨੇਜ ਦੀ ਸਮਾਲ ਅਮਾਊਂਟ ਆਫ ਵਰਕਿੰਗ ਕੈਪੀਟਲ ਜਦੋਂ ਉਸਨੂੰ ਪਤਾ ਚੱਲਦਾ ਹੈ ਕਿ ਪਿੰਡ ਦੇ ਜਿਹੜੇ ਲੋਕ ਨੇ ਛੋਟੀ ਜਿਹੀ ਰਾਸ਼ੀ ਲਈ ਵੀ ਕੀ ਨਹੀਂ ਕਰ ਸਕਦੇ ਮੈਨੇਜ ਨਹੀਂ ਕਰ ਸਕਦੇ ਵਰਕਿੰਗ ਕੈਪੀਟਲ ਕੀ ਹੁੰਦਾ ਬੇਟੇ ਕੰਮ ਦੀ ਜਿਹੜੀ ਪੂੰਜੀ ਹੁੰਦੀ ਹੈ ਆਪਣੇ ਕੰਮ ਤੋਂ ਜਿਹੜੀ ਪੂੰਜੀ ਮਿਲਦੀ ਹੈ ਉਹ ਤੋਂ ਵੀ ਉਹ ਛੋਟੀ ਜਿਹੀ ਰਾਸ਼ੀ ਨੂੰ ਕ੍ਰੀਏਟ ਨਹੀਂ ਕਰ ਸਕਦੇ ਮੈਨੇਜ ਨਹੀਂ ਕਰ ਸਕਦੇ ਦੀ ਅਮਾਊਂਟ ਦੇ ਨੀਡ ਆ ਲੈਸ ਦੈਨ ਆ ਡਾਲਰ ਪਰ ਪਰਸਨਸ ਇਟ ਮੀਨਸ ਇਜ਼ ਦੈਟ ਕਿ ਜਿਹੜੀ ਉਹਨਾਂ ਨੂੰ ਨੀਡ ਹੁੰਦੀ ਸੀਗੀ $1 ਤੋਂ ਘੱਟ ਉਹਨਾਂ ਨੂੰ ਪਰ ਪਰਸਨ ਨੂੰ ਮਨੀ ਜਿਹੜੀ ਹੈਗੀ ਹੈ ਦਿੱਤੀ ਜਾਂਦੀ ਸੀਗੀ ਦੇ ਕੁਡ ਗੈਟ ਦੀ ਮਨੀ ਓਨਲੀ ਅਗੇਂਸਟ ਵੈਰੀ ਅਨਫੇਅਰ ਕੰਡੀਸ਼ਨਸ ਜੋ ਮਨੀ ਉਹਨਾਂ ਨੂੰ ਦਿੱਤੀ ਜਾ ਸਕਦੀ ਸੀ ਉਹ ਬਿਲਕੁਲ ਕਿਤੇ ਬੇਇਨਸਾਫੀ ਕੰਡੀਸ਼ਨ ਦੇ ਵਿੱਚ ਉਹਨਾਂ ਨੂੰ ਮਿਲਦੀ ਸੀਗੀ ਜਿੰਨੀ ਵੀ ਰਾਸ਼ੀ ਉਹਨਾਂ ਨੂੰ ਮਿਲਦੀ ਸੀਗੀ ਕੰਮ ਤੋਂ ਉਹ ਵੀ ਬੜੀ ਮਾੜੀ ਹਾਲਤ ਦੇ ਵਿੱਚ ਮਿਲਦੀ ਸੀਗੀ ਦੇ ਹੈਵ ਟੂ ਸੈਲ ਦੇਅਰ ਗੁਡਸ ਟੂ ਦੀ ਲੈਂਡਰਸ ਇਟ ਦੀ ਪ੍ਰਾਈਸ ਫਿਕਸਡ ਬਾਏ ਹਿਮ ਜਦੋਂ ਉਹਨਾਂ ਨੂੰ ਰਾਸ਼ੀ ਦੀ ਲੋੜ ਪੈਂਦੀ ਸੀ ਅਮਾਊਂਟ ਜਾਂ ਸੈਲਰੀ ਮਨੀ ਦੀ ਲੋੜ ਪੈਂਦੀ ਸੀ ਤਾਂ ਉਹਨਾਂ ਨੂੰ ਕੀ ਕਰਨਾ ਪੈਂਦਾ ਸੀ ਬੇਟੇ ਆਪਣੇ ਘਰ ਦੀਆਂ ਗੁਡਸ ਸੈੱਲ ਕਰਨੀਆਂ ਪੈਂਦੀਆਂ ਸੀਗੀਆਂ ਵੇਚਣੀਆਂ ਪੈਂਦੀਆਂ ਸੀਗੀਆਂ ਕਿ ਉਹਨੂੰ ਲੈਂਡਰ ਨੂੰ ਜੋ ਖਰੀਦਣ ਵਾਲਾ ਸੀਗਾ ਅਤੇ ਉਹਦਾ ਜਿਹੜਾ ਪ੍ਰਾਈਸ ਸੀਗਾ ਉਹ ਫਿਕਸ ਕੌਣ ਕਰਦਾ ਸੀਗਾ ਜੋ ਖਰੀਦ ਰਿਹਾ ਹੈ ਲੈਂਡਰ ਸੀਗਾ ਇਟ ਮੀਨਸ ਪੂਅਰ ਪੀਪਲ ਆਪਣੀ ਗੁਡਸ ਦਾ ਸਮਾਨ ਵੀ ਫਿਕਸ ਨਹੀਂ ਸੀ ਕਰ ਸਕਦੇ ਵੀ ਅਸੀਂ ਇਹ ਚੀਜ਼ ਇੰਨੇ ਦੀ ਵੇਚਣੀ ਹੈ ਦੀ ਅਥਰ ਮੇਡ ਅ ਲਿਸਟ ਆਫ ਦੀ ਨੀਡੀ ਐਂਡ ਕੈਲਕੂਲੇਟ ਦੈਟ 42 persons needed total $27 ਐਜ਼ ਵਰਕਿੰਗ ਕੈਪੀਟਲ ਲੇਕ ਇੱਕ ਲਿਸਟ ਬਣਾਉਂਦਾ ਨੀਡੀ ਪੀਪਲ ਦੀ ਉਹਨਾਂ ਨੂੰ ਗਿਣਦਾ ਕੈਲਕੂਲੇਟ ਕਰਦਾ 42 ਪਰਸਨ ਹੁੰਦੇ ਨੇ ਜਿਨ੍ਹਾਂ ਨੂੰ $27 ਆਪਣੇ ਕੰਮ ਦੀ ਪੂੰਜੀ ਤੋਂ ਚਾਹੀਦੇ ਸੀਗੇ ਇਟ ਮਾਈਟ ਅਪੀਅਰ ਸਿੰਪਲ ਫਾਰ ਅ ਲੇਮੈਨ ਜੋ ਇੱਕ ਆਮ ਆਦਮੀ ਸੀ ਉਹਦੇ ਲਈ ਇਹ ਰਾਸ਼ੀ ਬਿਲਕੁਲ ਘੱਟ ਲੱਗਦੀ ਸੀ ਬਟ ਦਿਸ ਅਮਾਊਂਟ ਵਾਜ਼ ਟੂ ਬਿਗ ਉਹਨਾਂ ਲੋਕਾਂ ਲਈ ਇਹ ਅਮਾਊਂਟ ਰਾਸ਼ੀ ਬਹੁਤ ਜ਼ਿਆਦਾ ਸੀ ਕਿਹਨਾਂ ਲਈ ਫਾਰ ਦੀ 42 ਜੋ 42 ਲੋਕਾਂ ਦੀ ਉਹਨਾਂ ਨੇ ਲਿਸਟ ਬਣਾਈ ਸੀਗੀ ਉਹ ਕੌਣ ਸੀਗੇ ਏਬਲ ਬੋਡੀਡ ਸਰੀਰਕ ਪੱਖੋਂ ਤੰਦਰੁਸਤ ਸੀ ਹਾਰਡ ਵਰਕਿੰਗ ਕਰਦੇ ਸੀ ਸਕਿਲਡ ਪੀਪਲ ਸੀਗੇ ਉਹਨਾਂ ਦੇ ਅੰਦਰ ਹੁਨਰ ਵੀ ਪਾਇਆ ਜਾਂਦਾ ਸੀਗਾ ਸੋ ਦੀ ਬੈਂਕ ਵਰ ਨਾਟ ਫੋਰਥ ਕਮਿੰਗ ਟੂ ਆਫਰ ਲੋਨਸ ਜੋ ਬੈਂਕ ਸੀਗੇ ਉਹਨਾਂ ਨੂੰ ਲੋਨ ਆਫਰ ਨਹੀਂ ਸੀ ਕਰ ਰਹੇ ਰੀਜ਼ਨ ਇਜ਼ ਦੈਟ ਦੀ ਬੈਂਕ ਮੈਨੇਜ ਵੈਨ ਕੰਡਕਟਡ ਜਦੋਂ ਲੇਖ ਨੇ ਉਹਦੇ ਨਾਲ ਕੰਟੈਕਟ ਕੀਤਾ ਬੈਂਕ ਮੈਨੇਜਰ ਨਾਲ ਟੋਲਡ ਦੀ ਅਥਰ ਦੈਟ ਦੇ ਕੁਡ ਨਾਟ ਗਿਵ ਲੋਨਸ ਟੂ ਦੀ ਪੂਅਰ ਪੀਪਲਸ
कि असी गरीबां नूं लोन नहीं दे सकते बिकॉज दे वर नॉट क्रेडिट वर्थी, क्योंकि भरोसेयोग नहीं हैगे। भरोसेयोग क्यों चाहिए सी भी ਉਹ ਲੋਨ ਨੂੰ ਵਾਪਸ ਕਰਨਗੇ कि नहीं, इस गल ਦੇ ਭਰੋਸੇਯੋਗ नहीं हैगे। दी अथर अप्रोच दी हाई अप्स टू दी बैंक, वो बैंक के बहुत उच्चे लैवल तक जाते हैं बट टू नो अवेल, पर कोई फ़ायदा नहीं लगता, बेकार। अवेल की होंगे बेकार जानी कोई चीज़। फाइनली ही लैंट दी मनी टू दी पीपल्स ऑन हिज लिस्ट टू हैल्प दैम, जिन्हों की उन्हें लिस्ट बनाई सी। आखिर की करते हैं, अपने को उन्होंने मनी उधार दे देंगे बिकॉज दे वर नॉट। पीपल वर वेरी हैप्पी, जो उन्होंने मनी मिल जाती है उधार से तो बहुत खुश होंगे ने। दी अथर थॉट ऑफ वर्किंग आउट ऑफ वे टू फाइंड मनी फॉर दैम ऑन परमानेंट बेसिस। अथर ने की थॉट किया, सोचा कि जो काम करनगे वर्किंग आउट ऑफ वे, ये तरीका सोचिया टू फाइंड मनी, उन्होंने तो मनी वापस लैन का, फॉर दैम ऑन परमानेंट, परमानेंट मतलब हमेशा लिए। विद दिस थिंग इन माइंड, उन्हें अपने माइंड की सोचा, ही स्टूड शॉर्ट इट टू गैट लोन फॉर द पुअर्स। वो की सोच रहा सीगा अपने माइंड च कि पुअर नूं लोन शॉर्ट मिलना चाहिए। पीपल पेड बैक देयर लोन विदाउट एनी प्रॉब्लम्स, जो मनी उन्हें लोगों को अपने बेस से उधार दी सी, लोन दिता सीगा जो भी, तो लोग वो वापस पे कर देंगे ने बिना किसी प्रॉब्लम तो। हाउ एवर दी सेंटेंस ऑफ द बैंक रिमेनड अनचेंज्ड, बैंक की कह रहा सी कि असीं गरीबां नूं लोन नहीं दे सकते क्योंकि भरोसेयोग नहीं। इस तरीके नाल बैंक का जो रवैया सीगा सेम एवें बदलदा नहीं, अनचेंज नहीं हुंदा, उवें रहिंदे ने। उन्हां दी जिहड़ी स्थिति है कि गरीब जिहड़े हैगे ने लोन वापस नहीं कर सकते, सो बैंक का रवैया चेंज नहीं हुंदा। दी अथर दैन ट्राई टू दी स्कीम फॉर टू विलेजेस, फिर अथर ने ये स्कीम दो पिंडां दे विच लागू की एंड वाज सक्सैसफुल, सफल भी होया। ही कैप्ट एक्सपैंडिंग हिज वर्क फ्रॉम विलेज टू विलेज, एक्सपैंडिंग होंगे सैपरेट करना, फैलाना। उसने इस काम नूं एक पिंड तो दूसरे पिंड तक फैला दिता। ही टचड द नंबर ऑफ हंड्रड्स, उसने 100 नंबर नूं टच किया, मतलब 100 लोगों नूं छूया इस चीज़ दे विच। एट दिस स्टेज ही थॉट ऑफ क्रिएटिंग अ सैपरेट बैंक फॉर द पुअर, वो की थॉट कर रहा है कि गरीबों लिए कोई वक्रा बैंक होना चाहिए। हैंस द कंसैप्ट ऑफ ग्रामीण बैंक बास इवॉल्वर, ग्रामीण बैंक की जी गलबात सामने आई, कंसैप्ट सामने आया। इन 20 ईयर्स आफ्टर सैटिंग अप स्टैबलिश करना होंगे बेटे ऑफ ग्रामीण बैंक इन 1983, द बैंक क्रॉसड द USA 2 billion mark in cumulative loans। इट मीनस इज दैट ग्रामीण बैंक जिहड़ा है ओपन होया 20 साल बाद 1983 तक, जो ग्रामीण बैंक सीगा वो की सीगा 2 बिलियन तो भी 2 बिलियन मतलब 2 बिलियन लोन उन्हें प्रोवाइड करते सीगे लोगों नूं, किन्ना 1983 तक। It is generally argued that the only way to end unemployment and poverty, it means is that कि इस मुद्दे ते बहस हुई, आर्गूमेंट हुई, सिर्फ यही रस्ता सीगा कि इनू बेरोजगारी ते गरीबी नू खत्म करन दा। वे टू एंड, इज एंड नहीं सीगा, इज़ टू क्रिएट एम्पलॉयमेंट। एम्पलॉयमेंट की है, जो रोजगार की योजना होंदी है उन्होंने क्रिएट करना सी। पीपल शुड बी ट्रेनड इन वेरीअस स्किल्स, लोगों को अलग अलग स्किल के नाल की करना सी, ट्रेन करना सी। बट द अथर हैज़ डिफरेंट ओपीनियन, यह गौरमेंट की थिंकिंग सी कि गरीबी नूं ते बेरोजगारी नूं किवें खत्म किया जा सकता लोगों को लोन दे के। बट अथर की जिहड़ी थिंकिंग सी वो डिफरेंट टाइप की सी। वो की कह रहा सी, ही बिलीव दैट द रीयल एरेडिकेशन हुंदा किसी बुराई नूं, किसी बीमारी नूं जड़ों पुट्टना। He believes that the real eradication of poverty begins when people are able to control their own fate। कि गरीबी नूं खत्म किया जा सकता है कदों, जदों लोग अपनी किस्मत नूं कंट्रोल करना सीख लैणगे। He exhorts the idea of self employment। exhort की हुंदा जिवें राय, प्रौढ़ता, विश्वास। तो पोइट की थिंकिंग सी कि सैल्फ एम्पलॉयमेंट
ਸਵੈ ਰੁਜ਼ਗਾਰ ਹੋਣਾ ਚਾਹੀਦਾ ਇੰਸਟੀਡ ਆਫ ਬੇਸ ਐਮਪਲੋਇਮੈਂਟ। ਬੇਸ ਕੀ ਹੁੰਦਾ ਬੇਟੇ? ਵੇਤਨ, ਜੋ ਆਪਾਂ ਨੂੰ ਕੰਮ ਕਰਕੇ ਵਾਪਸ ਰਿਟਰਨ ਹੁੰਦਾ। ਕਹਿੰਦੇ ਇੰਸਟੀਡ ਆਫ ਬੇਸ ਐਮਪਲੋਇਮੈਂਟ, ਜੋ ਐਮਪਲੋਇਮੈਂਟ ਜੋ ਆਪਾਂ ਜਿਵੇਂ ਨੌਕਰੀ ਕਰਦੇ ਹਾਂ ਆਪਾਂ ਨੂੰ ਵਾਪਸ ਰਿਟਰਨ ਮਨੀ ਹੁੰਦੀ ਹੈ ਨਾ, ਅਮਾਊਂਟ ਮਿਲਦਾ, ਉਹਦੀ ਥਾਂ 'ਤੇ ਪੋਇਟ ਦੀ ਕੀ ਸੀਗੀ ਪ੍ਰੇਰਨਾ ਜਾਂ ਪ੍ਰੋੜਤਾ ਕਿ ਸੈਲਫ ਐਮਪਲੋਇਮੈਂਟ ਹੋਣਾ ਚਾਹੀਦਾ। ਹੀ ਡਜ਼ਨਟ ਕੰਸੀਡਰ ਸਕਿੱਲ ਟ੍ਰੇਨਿੰਗ ਅ ਪ੍ਰੀ ਰਿਕੁਐਸਟਿਸ ਫਾਰ ਦੀ ਅਰੈਡੀਕੇਸ਼ਨ ਆਫ ਅਨਐਮਪਲੋਇਮੈਂਟ ਐਂਡ ਪੋਵਰਟੀ। ਪੋਇਟ ਕੀ ਕੰਸੀਡਰ ਨਹੀਂ ਕਰਦਾ ਕਿ ਜੋ ਸਕਿੱਲਡ ਟ੍ਰੇਨਿੰਗ ਹੈ, ਜੋ ਉਹਨਾਂ ਨੂੰ ਟ੍ਰੇਨ ਕੀਤਾ ਜਾਂਦਾ ਕਿਸੇ ਸਕਿੱਲ ਦੇ ਵਿੱਚ, ਉਹ ਪਹਿਲੀ ਪ੍ਰੀ ਰਿਕੁਐਸਟਿਸ ਕੀ ਹੁੰਦੇ? ਪਹਿਲੀ ਜ਼ਰੂਰਤ ਨਹੀਂ ਹੈਗੀ ਕਿਹਨੂੰ ਖ਼ਤਮ ਕਰਨ ਦੇ ਲਈ, ਕਿਹਨੂੰ ਰੈਡੀਕੇਸ਼ਨ ਕਰਨ ਦੇ ਲਈ? ਅਨਐਮਪਲੋਇਮੈਂਟ ਨੂੰ ਅਤੇ ਪੋਵਰਟੀ ਨੂੰ। ਇਹ ਪਹਿਲੀ ਜ਼ਰੂਰਤ ਨਹੀਂ। ਪਹਿਲੀ ਜ਼ਰੂਰਤ ਕੀ ਹੈ? ਇਟ ਇਜ਼ ਨੋਟ ਦੀ ਵਰਕ ਵਿਚ ਸੇਵਸ ਪੀਪਲ। ਇਹ ਕੰਮ ਨਹੀਂ ਹੈਗਾ ਜਿਹੜਾ ਲੋਕਾਂ ਨੂੰ ਬਚਾ ਸਕਦਾ ਹੈ, ਬਟ ਕੈਪੀਟਲ ਲਿੰਕਡ ਟੂ ਵਰਕ, ਜੋ ਪੂੰਜੀ ਹੈ ਕੰਮ ਨਾਲ ਜੁੜੀ ਹੈ। ਅਕੋਰਡਿੰਗ ਟੂ ਹਿਮ ਦੀ ਪੂਅਰ ਆਰ ਪੂਅਰ, ਗਰੀਬ ਨਹੀਂ, ਦੀ ਪੂਅਰ ਆਰ ਪੂਅਰ ਨਾਟ ਬਿਕੋਜ਼ ਦੇ ਆਰ ਅਨਟ੍ਰੇਨਡ ਐਂਡ ਇਲਿਟਰੇਟ। ਗਰੀਬ ਤਾਂ ਗਰੀਬ ਨਹੀਂ ਹੈਗੇ ਕਿ ਉਹ ਅਨਟ੍ਰੇਨਡ ਨੇ। ਅਨਟ੍ਰੇਨਡ ਮਤਲਬ ਉਹਨਾਂ ਨੂੰ ਕੋਈ ਕੰਮ ਨਹੀਂ ਕਰਨਾ ਆਉਂਦਾ। ਅਲਿਟਰੇਟ ਵੀ ਉਹ ਅਨਪੜ੍ਹ ਨੇ ਜਾਂ ਅਨਟ੍ਰੇਨਡ ਨੇ, ਉਹ ਤਾਂ ਗਰੀਬ ਨਹੀਂ ਹੈਗੇ। ਕਿਉਂ ਗਰੀਬ ਨੇ ਉਹ? ਦੇ ਆਰ ਪੂਅਰ ਬਿਕੋਜ਼ ਦੇ ਕਾਂਟ ਰਿਟੇਨ ਐਂਡ ਰਿਟਰਨ ਆਫ ਦੇਅਰ ਲੇਬਰਸ। ਜੋ ਕੰਮ ਕਰਦੇ ਨੇ ਉਹ ਜਿਹੜੀ ਰਾਸ਼ੀ ਹੁੰਦੀ ਹੈ ਉਹ ਆਪਣੇ ਕੋਲ ਨਹੀਂ ਰੱਖ ਸਕਦੇ। ਜੋ ਮਨੀ ਹੁੰਦੀ ਹੈ ਉਹ ਮਨੀ ਕਿਹਨੂੰ ਦੇਣੀ ਪੈਂਦੀ ਹੈ? ਬਿਕੋਜ਼ ਦੇ ਆਰ ਪੂਅਰ ਬਿਕੋਜ਼ ਦੇ ਕਾਂਟ ਰਿਟੇਨ ਦੀ ਰਿਟਰਨ ਆਫ ਦੇਅਰ ਲੇਬਰ। ਜੋ ਲੇਬਰ ਉਹ ਕਮਾਉਂਦੇ ਨੇ ਉਹ ਆਪਣੇ ਕੋਲ ਨਹੀਂ ਰੱਖ ਸਕਦੇ। ਦੇ ਵਰਕ ਫਾਰ ਦੀ ਬੈਨੀਫਿਟ ਆਫ ਸਮਵਨਸ ਹੂ ਕੰਟਰੋਲ ਦੇਅਰ ਕੈਪੀਟਲਸ। ਉਹਨਾਂ ਨੂੰ ਕਿਸੇ ਲਈ ਕੰਮ ਕਰਨਾ ਪੈਂਦਾ, ਕਿਸੇ ਦੇ ਬੈਨੀਫਿਸ਼ੀਅਲ ਲਈ ਕੰਮ ਕਰਨਾ ਪੈਂਦਾ, ਜੋ ਉਹਨਾਂ ਦੀ ਪੂੰਜੀ ਨੂੰ ਕੰਟਰੋਲ ਦੇ ਵਿੱਚ ਕਰ ਦਿੰਦੀ ਹੈ। ਮੇਨ ਕੰਮ ਕੀ ਹੈ? ਥਿੰਕਿੰਗ ਕੀ ਹੈ ਪੋਇਟ ਦੀ? ਕਿ ਸਾਨੂੰ ਸਵੈ ਰੁਜ਼ਗਾਰ, ਸਾਡਾ ਆਪਣਾ ਕਿੱਤਾ ਹੋਣਾ ਚਾਹੀਦਾ ਹੈ। ਜਿਵੇਂ ਬੇਟੇ ਗੁਰਦਾਸ ਮਾਨ ਨੇ ਨਹੀਂ ਕਿਹਾ ਸੀਗਾ ਕਿ ਰੋਟੀ ਹੱਕ ਦੀ ਖਾਈਏ ਜੀ, ਹੈ ਨਾ, ਭਾਵਾਂ ਬੂਟ ਪਾਲਸ਼ਾਂ ਕਰੀਏ। ਇਟ ਮੀਨਸ ਇਜ਼ ਦੈਟ ਕੰਮ ਭਾਵਾਂ ਛੋਟਾ ਹੈ ਭਾਵਾਂ ਵੱਡਾ ਹੈ, ਰਿਕਸ਼ਾ ਚਲਾਉਣਾ ਹੈ, ਬੂਟ ਪੋਲਿਸ਼ ਕਰਨਾ ਹੈ, ਐਂਡ ਸੋ ਮੈਨੀ ਥਿੰਗਸ ਨੇ ਵਰਕ ਦੀਆਂ। ਇਟ ਮੀਨਸ ਕਿ ਸਾਡਾ ਆਪਣਾ ਸਵੈ ਰੁਜ਼ਗਾਰ ਹੋਣਾ ਚਾਹੀਦਾ, ਕੰਮ ਛੋਟਾ ਜਾਂ ਵੱਡਾ ਉਹ ਅੱਗੇ ਦੇਖਦੇ ਹਾਂ। ਦੀ ਇਕਨੋਮਿਸਟ ਟਾਕ ਆਫ ਓਨਲੀ ਵਨ ਟਾਈਪ ਆਫ ਐਮਪਲੋਇਮੈਂਟ ਵੇਸ ਐਮਪਲੋਇਮੈਂਟ। ਜੋ ਆਰਥਿਕ ਸ਼ਾਸਤਰ ਨੇ ਉਹ ਗੱਲਾਂ ਬਾਤਾਂ ਕਰਦੇ ਨੇ ਕਿਹਦੀਆਂ? ਵੇਤਨ ਵਾਲੇ ਸਵੈ ਰੁਜ਼ਗਾਰ ਦੀਆਂ। ਦੇ ਹੈਵ ਕ੍ਰੀਏਟਡ ਅ ਵਰਲਡ, ਉਹਨਾਂ ਨੇ ਕਿਵੇਂ ਦਾ ਵਰਲਡ ਕ੍ਰੀਏਟ ਕਰਤਾ? ਵੇਅਰ ਯੰਗ ਪੀਪਲ ਆਰ ਸਪੋਜ਼ਡ ਟੂ ਪ੍ਰੀਪੇਅਰ ਦੈਮਸੈਲਵਸ, ਜਿੱਥੇ ਯੰਗ ਲੋਕ ਨੇ ਉਹ ਆਪਣੇ ਆਪ ਨੂੰ ਪ੍ਰੀਪੇਅਰ ਕਰਦੇ ਨੇ ਕਾਹਦੇ ਵਾਸਤੇ? ਫਾਰ ਅ ਗੁੱਡ ਜੋਬ ਇਨ ਦੀ ਮਾਰਕੀਟ, ਇਨ ਦੀ ਜੋਬ ਮਾਰਕੀਟ, ਕਿ ਉਹਨਾਂ ਨੂੰ ਗੁੱਡ ਜੋਬ ਮਿਲੂਗੀ ਕਿਹਦੇ ਵਿੱਚ? ਜੋਬ ਮਾਰਕੀਟ ਦੇ ਵਿੱਚ। ਜੋ ਮਾਰਕੀਟ ਹੁੰਦੀ ਹੈ ਸਾਡੀ, ਕਿ ਯੰਗ ਲੋਕ ਇਕਨੋਮਿਕਸਵਾਦੀਆਂ ਨੇ ਐਵੇਂ ਦੇ ਤਿਆਰ ਕਰਤੇ ਕਿ ਉਹ ਸੋਚਣ ਕਿ ਸਾਨੂੰ ਜੋਬ ਮਿਲੂਗੀ ਕਿਹਦੇ ਵਿੱਚ? ਜੋਬ ਮਾਰਕੀਟ ਦੇ ਵਿੱਚ। ਉਹਨਾਂ ਨੇ ਆਪਣੇ ਆਪ ਨੂੰ ਐਵੇਂ ਤਿਆਰ ਕਰ ਲਿਆ, ਇੱਕ ਨਵਾਂ ਸੰਸਾਰ ਰਚਤਾ। ਇਫ ਸਮਵਨ ਕਾਂਟ ਫਾਈਂਡ ਐਨ ਅੰਪਲਾਇਰ, ਜੇ ਕਿਸੇ ਨੂੰ ਕੋਈ ਮਾਲਕ ਨਹੀਂ ਨਾ ਮਿਲਦਾ, ਰੀਅਲ ਟਰਬਲ ਵਿਗਨਸ, ਉਹਨਾਂ ਲਈ ਮੁਸ਼ਕਿਲ ਖੜੀ ਹੋ ਜਾਂਦੀ ਹੈ। ਦੀ ਅਥਰ ਹੇਟਸ ਦਿਸ ਆਈਡੀਆ, ਪੋਇਟ ਨੇ ਇਸ ਆਈਡੀਆ ਨੂੰ ਨਫ਼ਰਤ ਕੀਤੀ। ਉਹਨੂੰ ਇਹ ਆਈਡੀਆ ਵਧੀਆ ਨਹੀਂ ਲੱਗਿਆ ਕਿ ਕੋਈ ਆਪਣਾ ਕੰਮ ਲੱਭੇ, ਆਪਣਾ ਮਾਲਕ ਲੱਭੇ, ਉਹਦੀ ਸੇਵਾ ਕਰੇ। ਹੀ ਸੇ ਦੈਟ ਹਿਊਮਨ ਲਾਈਫ ਇਜ਼ ਟੂ ਪ੍ਰਾਈਜ਼ਸ ਟੂ ਬੀ ਵੇਸਟਡ ਅਵੇ ਇਨ ਪ੍ਰੀਪੇਰੇਸ਼ਨ ਫਾਰ ਫਾਈਂਡਿੰਗ ਐਨ ਐਮਪਲਾਇਰਸ ਐਂਡ ਦੈਨ ਡਿਵੋਟ ਟੂ ਦੀ ਵੋਲ ਲਾਈਫ ਇਨ ਸਰਵਿੰਗ ਹਿਮ। ਕੀ ਬਣਿਆ? ਪੋਇਟ ਨੂੰ ਇਹ ਆਈਡੀਆ ਵਧੀਆ ਨਹੀਂ ਲੱਗਿਆ ਕਿ ਜਿਹੜੀ ਹਿਊਮਨ ਲਾਈਫ ਹੈ ਉਹ ਬਹੁਤ ਜ਼ਿਆਦਾ ਕੀਮਤੀ ਹੈ। ਉਹ ਕਹਿੰਦੇ ਆਪਣੇ ਆਪ ਨੂੰ ਪ੍ਰੀਪੇਅਰ ਕਰਨ ਦੇ ਵਿੱਚ ਹੀ ਨਾ ਵੇਸਟ ਕੀਤੀ ਜਾਵੇ। ਕੀ ਪ੍ਰੀਪੇਅਰ ਕਰਨ ਦੇ ਵਿੱਚ? ਕਿ ਮੈਨੂੰ ਕੋਈ ਮੇਰਾ ਮਾਲਕ ਲੱਭੂਗਾ, ਫਿਰ ਮੈਂ ਪੂਰੀ ਜ਼ਿੰਦਗੀ ਡਿਵੋਟ ਦੀ ਵੋਲ ਲਾਈਫ। ਕੀ ਹੁੰਦਾ ਬੇਟੇ? ਇਹ ਆਪਣੀ ਪੂਰੀ ਜ਼ਿੰਦਗੀ ਕਿਸੇ ਨੂੰ ਸਮਰਪਿਤ ਕਰਦੇ ਨੇ। ਡਿਵੋਸ਼ਨ ਹੁੰਦਾ ਸਮਰਪਿਤ ਕਰਨਾ। ਅਤੇ ਫਿਰ ਕੋਈ ਮਾਲਕ ਲੱਭੂਗਾ ਅਤੇ ਪੂਰੀ ਜ਼ਿੰਦਗੀ ਉਹਦੀ ਸੇਵਾ ਦੇ ਵਿੱਚ ਲੰਘਾ ਦਾਂ। ਉਹਨੂੰ ਇਹ ਆਈਡੀਆ ਵਧੀਆ ਨਹੀਂ ਲੱਗਿਆ। ਕਹਿੰਦੇ ਜਿਹੜੀ ਹਿਊਮਨ ਲਾਈਫ ਹੈ ਇਜ਼ ਵੈਰੀ ਸ਼ੋਰਟ ਐਂਡ ਵੈਰੀ ਪ੍ਰਾਈਜ਼ਸ, ਬਹੁਤ ਕੀਮਤੀ ਹੈ। ਦਿਸ ਇਜ਼ ਕਲੀਅਰ। ਕੀ ਕਲੀਅਰ ਹੈ? ਡਿਪਾਰਚਰ ਆਵਰ ਫਰੋਮ ਆਵਰ ਪਾਸਟ, ਇਹ ਗੱਲ ਸਾਡੇ ਪਾਸਟ ਤੋਂ ਬਹੁਤ ਦੂਰ ਦੀ ਹੈ, ਡਿਪਾਰਚਰ ਦੀ ਹੈ। ਵੈਨ ਆਵਰ ਐਨਸੈਸਟਰਸ ਕੌਣ ਹੁੰਦੇ ਸੀ ਬੇਟੇ? ਜਿਹੜੇ ਸਾਡੇ ਦਾਦੇ ਪੜਦਾਦੇ ਹੁੰਦੇ ਸੀ, ਪੂਰਵਜ ਬਜ਼ੁਰਗ ਹੁੰਦੇ ਸੀਗੇ। ਵੈਨ ਆਵਰ ਐਨਸੈਸਟਰਸ ਵਰ ਬੋਰਨ ਔਨ ਦਿਸ ਅਰਥ,
ਜਦੋਂ ਸਾਡੇ ਦਾਦੇ ਪੜਦਾਦੇ ਇਸ ਧਰਤੀ 'ਤੇ ਪੈਦਾ ਹੋਏ, ਦੇ ਡਿਡਨਟ ਪ੍ਰਿਪੇਅਰ ਦੈਮਸੈਲਫ ਟੂ ਫਾਈਂਡ ਐਨ ਐਮਪਲਾਇਡ ਇਨ ਦੀ ਜੋਬ ਮਾਰਕੀਟਸ। ਉਹਨਾਂ ਨੇ ਆਪਣੇ ਆਪ ਨੂੰ ਪ੍ਰਿਪੇਅਰ ਨਹੀਂ ਕੀਤਾ ਆਪਣਾ ਮਾਲਕ ਲੱਭਣ ਦੇ ਵਿੱਚ। ਕਿੱਥੇ? ਜੋਬ ਮਾਰਕੀਟਸ। ਦੇ ਬਿਕਮ ਦੀ ਮਾਸਟਰ ਆਫ ਦੇਅਰ ਓਨ ਡੈਸਟਨੀ। ਉਹ ਆਪਣੀ ਕਿਸਮਤ ਦੇ ਆਪ ਮਾਲਕ ਬਣੇ। ਡੈਸਟਨੀ ਕੀ ਹੁੰਦਾ ਬੇਟੇ? ਕਿਸਮਤ। ਉਹ ਆਪਣੀ ਕਿਸਮਤ ਦੇ ਆਪ ਮਾਲਕ ਬਣੇ। ਪਹਿਲਾਂ ਆਪਾਂ ਕਹਿੰਦੇ ਸੀ ਸਾਡੇ ਦਾਦੇ ਪੜਦਾਦੇ ਤਾਂ ਕਿਤੇ ਨਹੀਂ ਸੀ ਜੋਬ ਕਰਦੇ ਬੇਟੇ, ਉਹ ਘਰੇਲੂ ਕੰਮ ਕਰਦੇ ਸੀ, ਉਹ ਤੋਂ ਹੀ ਉਹ ਇਨਕਮ ਜਿਹੜੀ ਹੈਗੀ ਪ੍ਰਾਪਤ ਕਰਦੇ ਸੀਗੇ। ਸੋ ਦੇ ਕ੍ਰੀਏਟਡ ਦੇਅਰ ਓਨ ਜੋਬਸ। ਉਹਨਾਂ ਨੇ ਆਪਣੇ ਕੰਮ ਆਪ ਜੋਬਸ ਕ੍ਰੀਏਟ ਕੀਤੀਆਂ। ਬੀਕਮ ਹੰਟਰ, ਕੋਈ ਸ਼ਿਕਾਰੀ ਬਣ ਗਿਆ। ਗੈਦਰਸ ਦੀ ਲੇਟਰ ਫਾਰਮਰਸ, ਫਿਰ ਕੋਈ ਗੈਦਰਿੰਗ ਕਰਨ ਵਾਲਾ ਬਣ ਗਿਆ, ਸਮਾਨ ਇਕੱਠਾ ਕਰਨ ਵਾਲਾ ਬਣ ਗਿਆ। ਬਾਅਦ 'ਚੋਂ ਉਹ ਫਾਰਮਰ ਬਣ ਗਏ। ਦੇ ਵਰ ਸੈਲਫ ਐਮਪਲਾਇਡ, ਉਹ ਆਪਣੇ ਸਵੈ ਰੁਜ਼ਗਾਰ ਦੇ ਮਾਲਕ ਸੀ। ਅੰਡਰ ਸੈਲਫ ਐਮਪਲਾਇਮੈਂਟ, ਸਵੈ ਰੁਜ਼ਗਾਰ ਦੇ ਹੇਠਾਂ, ਦੀ ਪੂਅਰ ਹੈਵ ਐਕਸੈਸ ਟੂ ਕ੍ਰੈਡਿਟ ਵਿਚ ਐਨੇਬਲ them to use their skill they already know to weave, husk rice paddy and raise cows, ਪੈਡਲ ਰਿਕਸ਼ਾਸ। ਦੇ ਕੀ ਬਣੇ ਬੇਟੇ ਇਹਦਾ ਮਤਲਬ? ਕੀ ਬਣੇ ਇਹਦਾ ਮਤਲਬ ਕਿ ਜੋ ਸਵੈ ਰੁਜ਼ਗਾਰ ਹੈ ਗਰੀਬਾਂ ਦੀ ਪਹੁੰਚ ਉਧਾਰ ਤੱਕ ਜਾ ਸਕਦੀ ਹੈ, ਉਹਨਾਂ ਨੂੰ ਏਬਲ ਬਣਾਉਂਦੀ ਹੈ, ਸਮਰਥ ਬਣਾਉਂਦੀ ਹੈ। ਉਹ ਆਪਣੇ ਸਕਿੱਲ ਦੀ ਵਰਤੋਂ ਕਰ ਸਕਦੇ ਨੇ, ਉਹ ਬੁਣਾਈ ਕਰ ਸਕਦੇ ਨੇ, ਝੋਨਾ ਛੜਨਾ, ਝਾੜਨਾ, ਲਗਾਉਣਾ, ਸਾਰਾ ਕੁਛ ਆ ਜਾਊਗਾ ਬੇਟੇ ਇਹਦੇ ਵਿੱਚ। ਰੇਸ ਕਾਊਸ, ਗਾਵਾਂ ਪਾਲਣੀਆਂ, ਠੀਕ ਹੈ। ਰਿਕਸ਼ਾ ਚਲਾਉਣਾ, ਇਟ ਮੀਨ ਜੋ ਆਪਣੇ ਛੋਟੇ ਛੋਟੇ ਕੰਮ ਕਰ ਸਕਦੇ ਨੇ। ਜੇ ਉਹ ਧਨ ਕਮਾਉਂਦੇ ਨੇ, ਇਫ ਦੀ ਕੈਸ਼ ਦੇ ਅਰਨ ਦਸ ਬਿਕਮ ਅ ਟੂਲ, ਜੇ ਉਹ ਕੈਸ਼ ਕਮਾਉਂਦੇ ਨੇ ਬੇਟੇ ਤਾਂ ਉਹਨਾਂ ਦਾ ਇੱਕ ਟੂਲ ਬਣ ਜਾਂਦਾ ਹੈ। ਆ ਟੂਲ ਆ ਕੀ? ਫਾਰ ਦੈਮ, ਉਹਨਾਂ ਲਈ ਇੱਕ ਕੀ? ਇੱਕ ਟੂਲ, ਇੱਕ ਜੰਤਰ ਦਾ ਕੰਮ ਕਰਦੀ ਹੈ। ਫਾਰ ਐਕਸਪਲੋਰਿੰਗ ਦੇਅਰ ਓਨ ਪੋਟੈਂਸ਼ੀਅਲਸ ਐਂਡ ਦਿਸ ਇਜ਼ ਅ ਸੈਂਸ ਆਫ ਅਨਐਮਪਲੋਇਮੈਂਟ ਐਂਡ ਪਾਵਰਟੀ। ਐਵੀਏਸ਼ਨਸ ਅਕੋਰਡਿੰਗ ਟੂ ਦੀ ਅਥਰ। ਐਵੀਏਸ਼ਨ ਕੀ ਹੁੰਦਾ ਬੇਟੇ? ਖਤਮ ਕਰਨਾ, ਘੱਟ ਕਰਨਾ। ਇਸ ਤਰੀਕੇ ਨਾਲ ਪੋਇਟ ਕੀ ਕਹਿੰਦੇ? ਜੇ ਲੋਕ ਐਵੇਂ ਕਰਦੇ ਨੇ, ਧਨ ਕਮਾਉਣਗੇ ਤਾਂ ਇਹ ਧਨ ਉਹਨਾਂ ਦੀ ਇੱਕ ਚਾਬੀ ਬਣ ਜਾਊਗਾ ਜਿਸ ਨਾਲ ਉਹ ਆਪਣੇ ਹੁਨਰ ਨੂੰ ਤਲਾਸ਼ਦੇ ਨੇ, ਅਤੇ ਇਸ ਤਰੀਕੇ ਨਾਲ ਬੇਰੁਜ਼ਗਾਰੀ ਅਤੇ ਗਰੀਬੀ ਨੂੰ ਘੱਟ ਕੀਤਾ ਜਾ ਸਕਦਾ ਹੈ। ਓਕੇ ਬੇਟੇ, ਦਿਸ ਇਜ਼ ਅ ਫੁੱਲ ਸਮਰੀ ਆਫ ਯੂਅਰ ਚੈਪਟਰ 4th ਟੂਵਰਡਸ ਕ੍ਰੀਏਟਿੰਗ ਅ ਪਾਵਰਟੀ ਫਰੀ ਵਰਲਡ। Now we are doing the long questions of this chapter. Is that in the author's view, what is the link between skill training, poverty and alleviations? ਕਿਵੇਂ ਲੇਖ ਦੇ ਵਿਚਾਰ ਅਨੁਸਾਰ ਸਕਿਲਿੰਗ, ਟ੍ਰੇਨਿੰਗ, ਗਰੀਬੀ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ, ਘਟਾਉਣ ਦੇ ਕੀ ਸੰਬੰਧ ਦੱਸੇ ਹਨ? We will discuss full in this long questions. Hello, this question is on the page number 52 on your book. Long question है स्टूडेंट। ਇਹ ਇੱਕ ਗ੍ਰਾਮੀਣ ਵਾਲਾ ਆਊਗਾ, ਉਹ ਵੀ ਇਹਦੇ ਵਿੱਚ ਹੀ ਆ ਜਾਊਗਾ ਬੱਚੇ। ਗ੍ਰਾਮੀਣ ਬੈਂਕ ਦਾ ਛੋਟਾ ਹੋਊਗਾ, ਉਹ ਮੈਂ ਤੁਹਾਨੂੰ ਐਡ ਕਰਵਾ ਦੂੰਗੀ। ਫਿਲਹਾਲ ਸੋਨੇ ਲੌਂਗ ਕੁਐਸਚਨ ਇੱਕ ਹੀ ਕਰਨਾ ਹੈ, ਫਸਟ ਓਨਲੀ। ਜੋ ਗ੍ਰਾਮੀਣ ਬੈਂਕ ਦਾ ਸ਼ਾਰਟ ਕੁਐਸਚਨ ਬਣੂਗਾ ਉਹ ਜੇ ਤੁਹਾਨੂੰ ਅਲੱਗ ਤੋਂ ਲੌਂਗ ਦੇ ਵਿੱਚ ਗ੍ਰਾਮੀਣ ਬੈਂਕ ਬਾਰੇ ਆਉਂਦੇ ਤਾਂ ਮੈਂ ਤੁਹਾਨੂੰ ਐਡ ਕਰਵਾ ਦੂੰਗੀ, ਉਹ ਤੁਸੀਂ ਸਮਝ ਲਿਓ ਬੱਚੇ। ਲੌਂਗ ਕੁਐਸਚਨ ਦੇਖੋ ਆਪਣਾ। ਹਾਂਜੀ, ਇਟ ਇਜ਼ ਜਨਰਲੀ, ਉਹ ਸਮਰੀ ਹੋ ਗਈ ਬੇਟੇ, ਬਸ ਸ਼ਾਰਟ ਦੇ ਵਿੱਚ ਹੋਊਗੀ ਥੋੜ੍ਹੀ ਜਿਹੀ। ਇਟ ਇਜ਼ ਜਨਰਲੀ ਆਰਗੂਡ ਦੈਟ ਓਨਲੀ ਵੇ ਟੂ ਐਂਡ। ਬਾਕੀ ਜਦੋਂ ਇਕਨੋਮਿਕਸ ਨੇ ਉਹਨਾਂ ਦਾ ਕੀ ਕਹਿਣਾ ਹੈ? ਵੇ ਟੂ ਐਂਡ ਅਨਐਮਪਲੋਇਮੈਂਟ ਐਂਡ ਪਾਵਰਟੀ ਇਜ਼ ਟੂ ਕ੍ਰੀਏਟ ਐਮਪਲੋਇਮੈਂਟ, ਕਿ ਰੁਜ਼ਗਾਰ ਨੂੰ ਪੈਦਾ ਕਰਨ ਦੇ ਲਈ, ਗਰੀਬੀ ਅਤੇ ਬੇਰੁਜ਼ਗਾਰੀ ਨੂੰ ਖਤਮ ਕਰਨ ਦੇ ਲਈ ਉਹ ਬਹਿਸ ਕਰਦੇ ਨੇ। ਕੀ ਬਹਿਸ ਕਰਦੇ ਨੇ? ਇਜ਼ ਟੂ ਕ੍ਰੀਏਟ ਐਮਪਲੋਇਮੈਂਟ। ਐਮਪਲੋਇਮੈਂਟ ਕੀ ਹੁੰਦੀ ਹੈ? ਰੁਜ਼ਗਾਰ ਪੈਦਾ ਕਰਨਾ। ਗਰੀਬੀ ਅਤੇ ਬੇਰੁਜ਼ਗਾਰੀ ਨੂੰ ਖਤਮ ਕਰਨ ਦੇ ਲਈ ਸਭ ਤੋਂ ਪਹਿਲਾਂ ਕੀ ਹੈ? ਕਹਿੰਦੇ ਰੁਜ਼ਗਾਰ ਪੈਦਾ ਕਰੋ। ਪੀਪਲ ਸ਼ੁੱਡ ਬੀ ਟ੍ਰੇਨਡ ਇਨ ਵਧੀਆ ਸਕਿੱਲਸ, ਲੋਕਾਂ ਨੂੰ ਵਧੀਆ ਸਕਿੱਲ ਦੇ ਵਿੱਚ ਟ੍ਰੇਨ ਕਰਨਾ ਚਾਹੀਦਾ ਹੈ। ਬਟ ਦੀ ਅਥਰ ਹੈਜ਼ ਅ ਡਿਫਰੈਂਟ ਓਪੀਨੀਅਨ। ਪੋਇਟ ਦਾ ਜਿਹੜਾ ਹੈਗਾ ਹੈ, ਮੁਹੰਮਦ ਦਾ ਜਿਹੜਾ ਓਪੀਨੀਅਨ ਹੈ ਉਹ ਕੀ ਹੈ? ਡਿਫਰੈਂਟ ਟਾਈਪ ਦਾ ਹੈ। ਉਹ ਕੀ ਕਹਿੰਦਾ ਬੇਟੇ? ਹੀ ਬਿਲੀਵਸ ਦੈਟ ਦੀ ਰੀਅਲ ਐਰੈਡੀਕੇਸ਼ਨ ਆਫ ਪਾਵਰਟੀ
ਗਰੀਬੀ ਖਤਮ ਕੀਤੀ ਜਾ ਸਕਦੀ ਹੈ। ਬਿਗਿਨਸ ਵੈਨ ਪੀਪਲ ਆਰ ਏਬਲ ਟੂ ਕੰਟਰੋਲ ਦੇਅਰ ਓਨ ਫੇਟ। ਫੇਟ ਕੀ ਹੁੰਦਾ ਹੈ? ਕਿਸਮਤ। ਜਦੋਂ ਲੋਕ ਆਪਣੀ ਕਿਸਮਤ ਨੂੰ ਕੰਟਰੋਲ ਕਰਨਾ ਸਿੱਖ ਲੈਣਗੇ, ਆਪਾਂ ਕਹਿੰਦੇ ਹਾਂ ਨਾ ਵੀ ਮੈਂ ਇਸ ਕਿੱਤੇ 'ਤੇ ਲੱਗਿਆ, ਇਹ ਮੇਰੀ ਕਿਸਮਤ ਦੇ ਵਿੱਚ ਲਿਖਿਆ ਸੀਗਾ। ਠੀਕ, ਆਪਾਂ ਸੋਚਦੇ ਨਾ ਹਰ ਇੱਕ ਗੱਲ ਨੂੰ ਲੈ ਕੇ ਆਪਾਂ ਆਪਣੀ ਕਿਸਮਤ 'ਤੇ ਲੈ ਕੇ ਚੱਲਦੇ ਹਾਂ। ਮੇਰਾ ਇਸ ਘਰ 'ਚ ਜਨਮ ਹੋਇਆ ਕਿਉਂਕਿ ਮੇਰੀ ਕਿਸਮਤ ਹੀ ਐਵੇਂ ਦੀ ਸੀ। ਮੈਂ ਇੰਨਾ ਕੁ ਪੜ੍ਹਿਆ ਕਿਉਂਕਿ ਮੇਰੀ ਕਿਸਮਤ ਹੀ ਐਵੇਂ ਦੀ ਸੀ। ਮੈਨੂੰ ਇਹ ਕੰਮ ਮਿਲਿਆ ਕਿਉਂਕਿ ਮੇਰੀ ਕਿਸਮਤ ਹੀ ਐਵੇਂ ਦੀ ਸੀ ਕਿ ਖੇਤੀ ਕਰਨੀ ਹੈ। ਆਪਾਂ ਆਪਣੀ ਕਿਸਮਤ ਨੂੰ ਲੈ ਕੇ ਚੱਲਦੇ ਹਾਂ। ਪੋਇਟ ਨੇ ਕੀ ਕਿਹਾ? ਜਦੋਂ ਲੋਕ ਆਪਣੀ ਕਿਸਮਤ ਨੂੰ ਕੰਟਰੋਲ ਕਰਨਾ ਸਿੱਖ ਕੇ ਇਸ ਤੋਂ ਉੱਪਰ ਉੱਠਣਗੇ ਤਾਂ ਗਰੀਬੀ ਨੂੰ ਅਤੇ ਅਨਐਮਪਲੋਇਮੈਂਟ ਨੂੰ ਖਤਮ ਕੀਤਾ ਜਾ ਸਕਦਾ ਹੈ। He believes that the real eradication of poverty begins when people are able to control their own fate. He exhorts the idea of self-employment instead of base employment. ਕੀ ਬਣਿਆ ਬੇਟੇ? ਉਹ ਇਸ ਆਈਡੀਆ ਦੀ ਪ੍ਰੋੜਤਾ ਦਿੰਦਾ ਹੈ, ਸੈਲਫ ਐਮਪਲੋਇਮੈਂਟ, ਸਵੈ ਰੁਜ਼ਗਾਰ ਦੀ ਦਿੰਦਾ ਹੈ। ਕਿਹਦੀ ਥਾਂ 'ਤੇ? ਬੇਸ ਐਮਪਲੋਇਮੈਂਟ ਦੀ ਥਾਂ 'ਤੇ ਸਵੈ ਰੁਜ਼ਗਾਰ ਨੂੰ ਕਹਿੰਦਾ ਬੇਟੇ। ਬੇਸ ਐਮਪਲੋਇਮੈਂਟ, ਜਦੋਂ ਅਸੀਂ ਕਿਤੇ ਜੋਬ ਕਰਦੇ ਹਾਂ ਉਹਦੇ ਬੇ 'ਤੇ ਸਾਨੂੰ ਜਿਹੜੀ ਪੇਮੈਂਟ ਮਿਲਦੀ ਹੈ, ਜੋ ਸਾਨੂੰ ਤਨਖਾਹ ਮਿਲਦੀ ਹੈ, ਉਹਦੀ ਥਾਂ 'ਤੇ ਪੋਇਟ ਕਿਹਨੂੰ ਪ੍ਰੈਫਰ ਕਰ ਰਿਹਾ? ਸੈਲਫ ਐਮਪਲੋਇਮੈਂਟ ਨੂੰ। ਹੀ ਡਜ਼ਨਟ ਕੰਸੀਡਰ ਸਕਿੱਲ ਟ੍ਰੇਨਿੰਗ ਆ prerequisites for the eradication of unemployment and poverty. ਪੋਇਟ ਇਸ ਚੀਜ਼ ਨੂੰ ਪਹਿਲੀ ਜ਼ਰੂਰਤ ਨਹੀਂ ਸਮਝਦਾ। ਕੰਸੀਡਰ ਹੁੰਦਾ ਸਮਝਣਾ ਬੇਟੇ। ਕਿਸ ਚੀਜ਼ ਨੂੰ ਪਹਿਲੀ ਜ਼ਰੂਰਤ ਨਹੀਂ ਸਮਝਦਾ? ਸਕਿੱਲ ਟ੍ਰੇਨਿੰਗ ਨੂੰ। ਸਕਿੱਲ ਟ੍ਰੇਨਿੰਗ ਕਾਹ 'ਚ ਹੁੰਦੀ ਹੈ? ਜਿਹੜੀ ਆਪਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਫਿਰ ਆਪਾਂ ਨੂੰ ਉਸ ਚੀਜ਼ ਦੀ ਜੋਬ ਮਿਲਦੀ ਹੈ, ਫਿਰ ਆਪਾਂ ਕੰਪਨੀ 'ਚ, ਫੈਕਟਰੀ 'ਚ ਜਾ ਕੇ ਜੋਬ ਕਰਨ ਲੱਗ ਜਾਂਦੇ ਹਾਂ, ਜੋ ਕੰਮ ਆਪਾਂ ਨੇ ਸਿੱਖਿਆ ਹੁੰਦਾ। ਪਰ ਪੋਇਟ ਦੇ ਅਕੋਰਡਿੰਗ ਕਹਿੰਦੇ ਗਰੀਬੀ ਨੂੰ ਇਸ ਤਰੀਕੇ ਨਾਲ ਨਹੀਂ ਖਤਮ ਕੀਤਾ ਜਾ ਸਕਦਾ। ਕਿਸ ਤਰੀਕੇ ਨਾਲ ਕੀਤਾ ਜਾ ਸਕਦਾ ਹੈ? ਇਟ ਇਜ਼ ਦੀ ਵਰਕ ਵਿਚ ਸੇਵ ਦ ਪੀਪਲ। ਇਹ ਐਵੇਂ ਦਾ ਕੰਮ ਹੋਣਾ ਚਾਹੀਦਾ ਹੈ। ਇਹ ਐਵੇਂ ਦਾ ਕੰਮ ਨਹੀਂ ਜਿਹੜਾ ਲੋਕਾਂ ਨੂੰ ਸੇਵ ਕਰੇ, ਬਟ ਕੈਪੀਟਲ ਲਿੰਕ ਟੂ ਵਰਕ, ਜੋ ਸਾਡੀ ਪੂੰਜੀ ਹੈ ਸਾਡੇ ਕੰਮ ਨਾਲ ਜੁੜੀ ਹੈ। ਉਹਦੇ ਅਕੋਰਡਿੰਗ ਟੂ ਹਿਮ ਦੀ ਪੂਅਰ ਆਰ ਪੂਅਰ ਨਾਟ। ਗਰੀਬ ਤਾਂ ਨਹੀਂ ਹੈਗੇ ਬਿਕੋਜ਼ ਦੇ ਆਰ ਅਨਟ੍ਰੇਨਡ ਐਂਡ ਅਲਿਟਰੇਟ, ਵੀ ਉਹ ਅਨਪੜ੍ਹ ਨੇ ਜਾਂ ਅਨਟ੍ਰੇਨਡ ਨੇ, ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ, ਉਹ ਗਰੀਬ ਤਾਂ ਨਹੀਂ ਹੈਗੇ। ਦੇ ਆਰ ਪੂਅਰ ਬਿਕੋਜ਼ ਦੇ ਕਾਂਟ ਰਿਟੇਨ ਦੀ ਰਿਟਰਨ ਆਫ ਦੇਅਰ ਲੇਬਰ। ਜੋ ਉਹ ਕੰਮ ਕਰਦੇ ਨੇ ਉਹਦੀ ਜਿਹੜੀ ਲੇਬਰ, ਉਹ ਕਮਾਈ ਹੈ, ਉਹ ਆਪਦੇ ਕੋਲ ਨਹੀਂ ਰੱਖ ਸਕਦੇ। ਦੇ ਹੈਵ ਟੂ ਡਿਪੋਜ਼ਿਟ ਟੂ ਅਦਰ ਪਰਸਨਸ। ਉਹਨੂੰ ਕਿਸੇ ਹੋਰ ਆਦਮੀ ਨੂੰ ਡਿਪੋਜ਼ਿਟ ਕਰਵਾਉਣੀ ਪੈਂਦੀ ਹੈ ਉਹਦੀ ਜਿਹੜੀ ਕਮਾਈ ਹੈ। ਦੇ ਵਰਕ ਫਾਰ ਦੀ ਬੈਨੀਫਿਟ ਆਫ ਸਮਵਨ ਹੂ ਕੰਟਰੋਲ ਦੇਅਰ ਕੈਪੀਟਲ। ਕੈਪੀਟਲ ਕੀ ਸੀ? ਪੂੰਜੀ। ਪੂੰਜੀ ਕੀ ਹੁੰਦੀ ਹੈ? ਰਾਸ਼ੀ। ਰਾਸ਼ੀ ਕੀ ਹੁੰਦੀ ਹੈ? ਮਨੀ। ਉਹਨਾਂ ਨੂੰ ਕਿਸੇ ਹੋਰ ਦੇ ਫਾਇਦੇ ਲਈ ਕੰਮ ਕਰਨਾ ਪੈਂਦਾ ਹੈ, ਜਿਹੜਾ ਉਹਨਾਂ ਦੀ ਪੂੰਜੀ ਨੂੰ ਕੰਟਰੋਲ ਕਰ ਦਿੰਦਾ ਹੈ। ਪੂੰਜੀ ਨੂੰ ਕੰਟਰੋਲ ਕਰਨਾ ਮਤਲਬ ਉਹਨੂੰ ਵੱਜਵੀਂ ਤਨਖਾਹ ਮਿਲਦੀ ਹੈ, ਪਰ ਮੰਥ, ਪਰ ਈਅਰ, ਪਰ ਕੁਆਰਟਰ। ਦੀ ਇਕਨੋਮਿਕਸਟ ਟਾਕ ਆਫ ਓਨਲੀ ਵਨ ਟਾਈਪ ਆਫ ਐਮਪਲੋਇਮੈਂਟ। ਸਿਰਫ ਇੱਕ ਪ੍ਰਕਾਰ ਦੀ ਰੁਜ਼ਗਾਰ ਦੀ ਗੱਲ ਕਰਦੇ ਨੇ ਜਿਹੜੇ ਅਰਥ ਸ਼ਾਸਤਰੀ ਨੇ ਬੇਸ ਐਮਪਲੋਇਮੈਂਟ ਦੀ। ਉਹਨਾਂ ਨੇ ਕੀ ਅਖਾੜਾ ਰਚਿਆ? ਵੇਤਨ ਵਾਲੇ ਰੁਜ਼ਗਾਰ ਦਾ ਅਖਾੜਾ ਰਚਿਆ ਉਹਨਾਂ ਨੇ ਇਸ ਵਰਲਡ 'ਚ। ਦੇ ਹੈਵ ਕ੍ਰੀਏਟਡ ਅ ਵਰਲਡ। ਉਹਨਾਂ ਨੇ ਐਵੇਂ ਦਾ ਸੰਚਾਰ ਕ੍ਰੀਏਟ ਕਰਤਾ, ਵਰਲਡ ਕ੍ਰੀਏਟ ਕਰਤਾ ਵੇਅਰ ਯੰਗ ਪੀਪਲ ਆਰ ਸਪੋਜ਼ਡ ਟੂ ਪ੍ਰੀਪੇਅਰ, ਜਿੱਥੇ ਨੌਜਵਾਨ ਆਪਣੇ ਆਪ ਨੂੰ ਪ੍ਰੀਪੇਅਰ ਕਰਨ, ਦੈਮਸੈਲਵਸ, ਆਪਣੇ ਆਪ ਨੂੰ, ਫਾਰ ਅ ਗੁੱਡ ਜੋਬ, ਇੱਕ ਅੱਛੀ ਜੋਬ ਦੇ ਲਈ, ਇਨ ਦੀ ਜੋਬ ਮਾਰਕੀਟ। ਜੋਬ ਮਾਰਕੀਟ ਕਿਹੜੀ ਹੁੰਦੀ ਹੈ ਬੇਟੇ? ਜਿੱਥੇ ਜੋਬਸ ਮਿਲਦੀਆਂ ਨੇ ਸਾਨੂੰ। ਉਹ ਮਾਰਕੀਟ ਵੀ ਹੋ ਸਕਦੀ ਹੈ, ਕੰਪਨੀ ਔਰ ਕੋਈ ਫੈਕਟਰੀ ਵੀ ਹੋ ਸਕਦੀ ਹੈ। ਸੋ ਹਾਂਜੀ, ਇਫ ਸਮਵਨ ਕਾਂਟ ਫਾਈਂਡ ਐਨ ਐਮਪਲਾਇਰਸ, ਆਪਣੇ ਵਰਗੇ ਕੋਈ ਮਾਰਕੀਟ 'ਚ ਨੌਕਰੀ ਲੱਭਣ ਲਈ ਚੱਲ ਗਏ, ਅੰਪਲਾਇਰ ਲੱਭਣ, ਆਪਣਾ ਮਾਲਕ ਲੱਭਣ ਲਈ ਚੱਲ ਗਏ। ਰੀਅਲ ਟਰਬਲ ਬਿਗਿਨਸ ਇਫ ਸਮਵਨ ਕਾਂਟ ਫਾਈਂਡ। ਅਗਰ ਕਿਸੇ ਨੂੰ ਕੋਈ ਮਾਲਕ ਨਹੀਂ ਮਿਲਦਾ, ਆਪਾਂ ਨੌਕਰੀ ਲੱਭਣ ਜਾਂਦੇ ਹਾਂ ਬਟ ਆਪਾਂ ਨੂੰ ਕੋਈ ਨੌਕਰੀ ਨਹੀਂ ਮਿਲੀ, ਆਪਾਂ ਨੂੰ ਕੋਈ ਮਾਲਕ ਨਹੀਂ ਮਿਲਿਆ ਜਿਹਦੇ ਕੋਲ ਆਪਾਂ ਨੌਕਰੀ ਕਰੀਏ। ਰੀਅਲ ਟਰਬਲ ਬਿਗਨਸ, ਸ਼ੁਰੂ ਹੋ ਜਾਂਦੀਆਂ ਨੇ ਮੁਸ਼ਕਿਲਾਂ। ਦੀ ਅਥਰ ਹੇਟਸ ਦਿਸ ਆਈਡੀਆ। ਅਥਰ ਇਸ ਆਈਡੀਆ ਨੂੰ ਹੇਟ ਕਰਦਾ ਹੈ। ਹੀ ਸੇਜ਼ ਦੈਟ ਹਿਊਮਨ ਲਾਈਫ ਇਜ਼ ਟੂ ਪ੍ਰਾਈਜ਼ਸ ਟੂ ਬੀ ਵੇਸਟਡ ਅਵੇ ਇਨ ਪ੍ਰੀਪੇਰੇਸ਼ਨ ਫਾਰ ਫਾਈਂਡਿੰਗ ਐਨ ਐਮਪਲਾਇਰਸ। ਇਸ ਆਈਡੀਆ ਨੂੰ ਨਫ਼ਰਤ ਇਸ ਲਈ ਕਰਦਾ ਹੈ ਕਿ ਜਿਹੜੀ ਮਨੁੱਖ ਦੀ ਜ਼ਿੰਦਗੀ ਉਹ ਬਹੁਤ ਜ਼ਿਆਦਾ ਕੀਮਤੀ ਹੈ, ਉਸ ਨੂੰ ਆਪਣੇ ਆਪ ਨੂੰ ਪ੍ਰੀਪੇਰੇਸ਼ਨ ਦੇ ਵਿੱਚ ਨਾ ਲਗਾਓ, ਮਾਲਕ ਨੂੰ ਲੱਭਣ ਦੇ ਵਿੱਚ ਨਾ ਲਗਾਓ। ਐਂਡ ਦੈਨ ਡਿਵੋਟ
ਜੇ ਸਾਨੂੰ ਮਿਲ ਜਾਂਦਾ ਹੈ ਨਾ, ਫਿਰ ਕੀ ਹੁੰਦਾ ਹੈ, ਦੈਨ ਡਿਵੋਟ ਦੀ ਵੋਲ ਲਾਈਫ ਇਨ ਸਰਵਿੰਗ ਹਿਮ। ਸਾਨੂੰ ਆਪਣੇ ਆਪ ਦੀ ਸਾਰੀ ਜ਼ਿੰਦਗੀ ਉਹਨੂੰ ਡਿਪੋਜ਼ਿਟ ਕਰਵਾਉਣੀ ਪੈਂਦੀ ਹੈ, ਡਿਵੋਸ਼ਨ ਕਰਨਾ ਪੈਂਦਾ ਹੈ ਉਹਦੀ ਸੇਵਾ ਦੇ ਵਿੱਚ। ਹਾਂਜੀ ਹਾਂਜੀ ਹਾਂਜੀ। ਦੇਰ ਇਜ਼ ਅ ਕਲੀਅਰ ਡਿਪਾਰਚਰ ਫਰੋਮ ਆਵਰ ਪਾਸਟ। ਇਹ ਗੱਲ ਦਾ ਸਾਡੇ ਪਾਸਟ ਨਾਲੋਂ ਬਿਲਕੁਲ ਦੂਰ ਦੀ ਗੱਲ ਹੈ, ਬਿਲਕੁਲ ਡਿਪਾਰਚਰ ਦੀ ਗੱਲ ਹੈ। ਵੈਨ ਆਵਰ ਐਨਸੈਸਟਰਸ, ਜਦੋਂ ਸਾਡੇ ਪੂਰਵਜ ਵਰ ਬੋਰਨ, ਪੈਦਾ ਹੋਏ ਸੀ, ਔਨ ਦਿਸ ਅਰਥ, ਇਸ ਧਰਤੀ ਦੇ ਉੱਤੇ, ਦੇ ਡਿਡ ਨਾਟ ਪ੍ਰੀਪੇਅਰ ਦੈਮਸੈਲਵ, ਉਹਨਾਂ ਨੇ ਆਪਣੇ ਆਪ ਨੂੰ ਪ੍ਰੀਪੇਅਰ ਨਹੀਂ ਕੀਤਾ, ਕਿਹਦੇ ਵਿੱਚ, ਟੂ ਫਾਈਂਡ ਐਨ ਅੰਪਲਾਇਰ ਇਨ ਦੀ ਜੋਬ ਮਾਰਕੀਟ, ਉਹਨਾਂ ਨੇ ਜੋਬ ਮਾਰਕੀਟ ਦੇ ਵਿੱਚ ਮਾਲਕ ਲੱਭਣ ਲਈ ਆਪਣੇ ਆਪ ਨੂੰ ਪ੍ਰੀਪੇਅਰ ਨਹੀਂ ਕੀਤਾ। ਦੇ ਬਿਕਮ ਦੀ ਮਾਸਟਰ ਆਫ ਦੇਅਰ ਓਨ ਡੈਸਟਨੀ, ਉਹ ਆਪਣੀ ਕਿਸਮਤ ਦੇ ਆਪ ਮਾਸਟਰ ਬਣੇ, ਮਾਸਟਰ ਮੀਨਸ ਮਾਲਕ ਬਣੇ। ਦੇ ਕ੍ਰੀਏਟਡ ਦੇਅਰ ਓਨ ਜੋਬਸ, ਉਹਨਾਂ ਨੇ ਆਪਣੀਆਂ ਜੋਬਸ ਖੁਦ ਕ੍ਰੀਏਟ ਕੀਤੀਆਂ। ਬੀਕਮ ਹੰਟਰਸ, ਪਹਿਲਾਂ ਮਛੇਰੇ ਹੁੰਦੇ ਸੀਗੇ, ਠੀਕ, ਮਤਲਬ ਅਲੱਗ ਅਲੱਗ ਜੋਬਸ ਹੁੰਦੀਆਂ ਸੀਗੀਆਂ। ਗੈਦਰਿੰਗ, ਸਮਾਨ ਇਕੱਠਾ ਕਰਦੇ ਸੀਗੇ। ਲੈਟਰ, ਉਹ ਤੋਂ ਬਾਅਦ ਕੀ ਬਣੇ, ਫਾਰਮਰ ਬਣੇ। ਦੇ ਵਰ ਸੈਲਫ ਅੰਪਲਾਇਡ, ਉਹ ਸਵੈ ਰੁਜ਼ਗਾਰ ਕਰਦੇ ਸੀ। ਅੰਡਰ ਸੈਲਫ ਇੰਪਲਾਇਮੈਂਟ ਦੀ ਪੂਅਰ ਹੈਵ ਐਕਸੈਸ ਟੂ ਕ੍ਰੈਡਿਟ, ਜਦੋਂ ਪੂਅਰ ਸੈਲਫ ਇੰਪਲਾਇਮੈਂਟ ਕਰਦੇ ਨੇ ਨਾ, ਤਾਂ ਆਪਣੇ ਕ੍ਰੈਡਿਟ ਤੱਕ ਐਕਸੈਸ ਕਰਦੇ ਨੇ, ਪਹੁੰਚ ਕਰਦੇ ਨੇ। ਵਿਚ ਐਨੇਬਲਸ ਦੈਮ ਟੂ ਯੂਜ਼ ਦੇਅਰ ਸਕਿੱਲ, ਜਿੱਥੇ ਉਹ ਆਪਣੇ ਸਕਿੱਲ ਨੂੰ ਯੂਜ਼ ਕਰ ਸਕਦੇ ਨੇ। ਦੇ ਆਲਰੇਡੀ ਨੋ, ਜਿਹਨੂੰ ਪਹਿਲਾਂ ਹੀ ਜਾਣਦੇ ਸੀ। ਟੂ ਵੀਵ, ਵੀਵ ਹੁੰਦੇ ਬੁਣਨਾ। ਹਸਕ ਰਾਈਸ ਪੈਡੀ, ਛਾੜਨਾ, ਛਾੜਨਾ ਕੀ ਹੁੰਦਾ ਬੇਟੇ, ਪੈਡੀ ਕੀ ਹੁੰਦਾ, ਜੀਰੀ। ਆਪਾਂ ਖੇਤਾਂ ਵਿੱਚ ਜਦੋਂ ਜੀਰੀ ਪੱਕ ਜਾਂਦੀ ਹੈ ਨਾ, ਲੋਕਾਂ ਨੂੰ ਖੇਤਾਂ ਵਿੱਚ ਕੰਮ ਕਰਦੇ ਦੇਖਦੇ ਹਾਂ, ਉਹ ਜੀਰੀ ਨੂੰ ਝਾੜ ਰਹੇ ਹੁੰਦੇ ਨੇ, ਢੋਲ ਜਿਹੇ 'ਤੇ ਮਾਰ ਮਾਰ ਕੇ ਝਾੜ ਰਹੇ ਹੁੰਦੇ ਨੇ। ਹੁਣ ਤਾਂ ਕਰਪਾਈਨਾਂ ਆ ਗਈਆਂ ਬੇਟੇ, ਪਹਿਲਾਂ ਉਹ ਨਾ ਸਾਰੀ ਜੀਰੀ ਜਿਹੜੇ ਨਿਕਾਲਦੇ ਸੀਗੇ, ਢੋਲ ਰੱਖ ਲੈਂਦੇ ਸੀਗੇ ਲੋਹੇ ਦੇ ਖੇਤਾਂ ਵਿੱਚ, ਉਹ 'ਤੇ ਜ਼ੋਰ ਜ਼ੋਰ ਦੀ ਮਾਰਦੇ ਸੀਗੇ, ਉਹਨੂੰ ਕਹਿੰਦੇ ਨੇ ਹਸਕ ਰਾਈਸ ਪੈਡੀ।